सत श्री अकाल बेटा जी। ਅੱਜ ਅਸੀਂ ਡਿਸਕਸ ਕਰਾਂਗੇ ਸਾਡਾ 11ਵਾਂ ਚੈਪਟਰ ਜਿਹਦਾ ਨਾਮ ਹੈ ਹਿਊਮਨ ਆਈ ਐਂਡ ਦ ਕਲਰਫੁਲ ਵਰਲਡ। ਯਾਨੀ ਕਿ ਸਾਡੀ ਮਨੁੱਖ ਦੀ ਅੱਖ ਤੇ ਜਿਹੜੀ ਦੁਨੀਆ ਰੰਗੀਨ ਉਸ ਅੱਖ ਨਾਲ ਅਸੀਂ ਵੇਖਦੇ ਹਾਂ ਉਹਦੇ ਬਾਰੇ ਚਰਚਾ ਕਰਾਂਗੇ। ਹਿਊਮਨ ਆਈ ਸਾਨੂੰ ਸਮਝ ਆਉਣੀ ਚਾਹੀਦੀ ਹੈ। ਅੱਖ ਦੇ ਡਿਫਰੈਂਟ ਪਾਰਟਸ ਸਾਨੂੰ ਪਤਾ ਹੋਣੇ ਚਾਹੀਦੇ ਹੈ, ਕਿੱਦਾਂ ਕੰਮ ਕਰਦੇ ਹਨ ਇਹ ਪਤਾ ਹੋਣਾ ਚਾਹੀਦਾ ਹੈ। ਜਿਹੜੇ ਡਿਫਰੈਂਟ ਫਿਨੋਮੀਨਾਸ ਹਨ, ਜਿਵੇਂ ਅਸੀਂ ਪੁੱਛਦੇ ਹਾਂ ਇੰਦਰਧਨੁਸ਼ ਦੇ 7 ਰੰਗ ਕਿਉਂ ਹਨ, ਅਸੀਂ ਦੇਖਦੇ ਹਾਂ ਸਾਡਾ ਆਕਾਸ਼ ਨੀਲਾ ਕਿਉਂ ਹੈ, ਅਸੀਂ ਦੇਖਦੇ ਹਾਂ ਸਨਸੈਟ 'ਚ ਸਨ ਦਾ ਕਲਰ ਚੇਂਜ ਕਿਉਂ ਹੁੰਦਾ ਪਿਆ ਹੈ। ਇਹ ਸਾਰੀ ਇੰਟਰਸਟਿੰਗ ਫਿਨੋਮੀਨਾਸ ਜਿਹੜੀ ਹੈਗੀਆਂ ਉਹ ਅਸੀਂ ਇਸ ਵੀਡੀਓ 'ਚ ਡਿਸਕਸ ਕਰਨੀਆਂ ਹਨ। ਸਭ ਤੋਂ ਪਹਿਲੇ ਫੋਕਸ ਕਰਾਂਗੇ ਆਪਣੀ ਆਈ ਤੇ। ਪਹਿਲੇ ਉਹ ਚੀਜ਼ ਨੂੰ ਵੇਖੀਏ ਜਿਹਦੇ ਨਾਲ ਅਸੀਂ ਦੁਨੀਆ ਵੇਖ ਰਹੇ ਹਾਂ। ਇਹਨੂੰ ਸਮਝਣਾ ਬਹੁਤ ਇੰਪੋਰਟੈਂਟ ਹੈ। ਜੇ ਬਾਹਰੋਂ ਦੇਖੀਏ ਤਾਂ ਸਾਡੀ ਅੱਖ ਇਹੋ ਜਿਹੀ ਦਿਸਦੀ ਹੈ। ਹੁਣ ਜੇ ਸਾਰੀ ਸਕਿਨ ਹਟਾ ਲਈਏ ਆਸੇ ਪਾਸੇ ਦੀ ਤਾਂ ਇਹ ਇੱਕ ਗੇਂਦ ਜਿਹੀ ਰਹਿ ਜਾਣੀ ਹੈ, ਲਗਭਗ ਸਫੇਅਰ ਵਰਗੀ। ਪੂਰੀ ਤਾਂ ਨਹੀਂ ਬਟ ਇੱਕ ਗੇਂਦ ਵਰਗੀ ਹੀ ਹੈ। ਕਿਆ ਸਾਡੀ ਅੱਖ ਇਹ ਬਾਹਰ ਦਾ ਪੋਰਸ਼ਨ ਹੀ ਹੈ ਜਾਂ ਅੰਦਰ ਕੁਝ ਨਹੀਂ? ਬਹੁਤ ਕੁਝ ਹੈ, ਅੰਦਰ ਹੀ ਤਾਂ ਮੇਨ ਚੀਜ਼ਾਂ ਹਨ। ਹੁਣ ਉਹਨਾਂ ਨੂੰ ਵੇਖਣ ਵਾਸਤੇ ਸਾਨੂੰ ਇਹਨੂੰ ਕੱਟ ਕਰ ਲੈਣਾ ਚਾਹੀਦਾ ਹੈ। ਇੱਕ ਹਿਸਾਬ ਨਾਲ ਕ੍ਰਾਸ ਸੈਕਸ਼ਨ ਏਰੀਆ ਕੱਟ ਲੈਣਾ ਚਾਹੀਦਾ ਹੈ। ਜਿਵੇਂ ਸੰਤਰੇ ਦਾ ਸਟਰਕਚਰ ਵੇਖਣਾ ਹੋਏ ਤਾਂ ਅੰਦਰੋਂ ਕੱਟ ਲੈਣਾ, ਅਸੀਂ ਵਿੱਚੋਂ ਕੱਟ ਲੈਣਾ ਹੈ ਤੇ ਅੰਦਰ ਵੇਖ ਲੈਣਾ ਫਿਰ ਕੀ ਹੈ। ਉੱਦਾਂ ਹੀ ਅਸੀਂ ਆਈ ਨੂੰ ਵੀ ਵਿੱਚੋਂ ਕੱਟਾਂਗੇ ਤੇ ਕ੍ਰਾਸ ਸੈਕਸ਼ਨਲ ਏਰੀਆ ਵੇਖਾਂਗੇ ਤੇ ਡਿਫਰੈਂਟ ਪਾਰਟਸ ਕਿੱਥੇ ਹਨ, ਕਿੱਦਾਂ ਕੰਮ ਕਰਦੇ ਹਨ ਉਹ ਅਸੀਂ ਜਾਣਨਾ ਹੈ। ਤਾਂ ਸਭ ਤੋਂ ਪਹਿਲੇ ਸਾਨੂੰ ਆਉਣਾ ਚਾਹੀਦਾ ਕਿ ਜੇ ਸਾਨੂੰ ਪੁੱਛਿਆ ਜਾਵੇ ਆਈ ਸਟਰਕਚਰ ਡਰਾਅ ਕਰੋ, ਸਾਨੂੰ ਸਟਰਕਚਰ ਕਾਪੀ 'ਚ ਡਰਾਅ ਕਰਨਾ ਆਉਣਾ ਚਾਹੀਦਾ। ਸਮਝ ਤਾਂ ਲਵਾਂਗੇ ਕਿ ਡਰਾਅ ਕਰ ਸਕਦੇ ਹਾਂ, ਬਹੁਤ ਹੀ ਸਿੰਪਲ ਹੈ। ਚਲੋ ਸਭ ਤੋਂ ਪਹਿਲੇ ਇਹਨੂੰ ਡਰਾਅ ਕਰ ਲਈਏ। ਕਾਪੀ 'ਚ ਡਰਾਅ ਕਰਨ ਵਾਸਤੇ ਅਸੀਂ 5 ਸਰਕਲ ਬਣਾਉਣੇ ਹਨ। ਕਿੱਦਾਂ? ਦੇਖੋ, ਇੱਥੇ ਇੱਕ ਹਿੰਦੀ ਦੀ ਕਾਪੀ 'ਚ ਇੱਕ ਪੁਆਇੰਟ ਲਾ ਲੈਣਾ ਹੈ ਜਿਹੜਾ ਸਾਡੀ ਆਈ ਦਾ ਸੈਂਟਰ ਹੋਵੇਗਾ। ਅਸੀਂ ਕੀ ਕਰਨਾ ਹੈ, ਇੱਥੇ ਇੱਕ ਸਰਕਲ ਡਰਾਅ ਕਰ ਲੈਣਾ ਹੈ। ਜਿੰਨਾ ਵੱਡਾ ਤੁਸੀਂ ਡਾਇਗਰਾਮ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ। ਉਹਦੇ ਬਾਅਦ ਇੱਕ ਹੋਰ ਸਰਕਲ ਖਿੱਚ ਲਵੋ, 2 ਸਰਕਲ ਹੋ ਗਏ। ਇੱਕ ਹੋਰ ਸਰਕਲ ਖਿੱਚ ਲਵੋ। ਇੱਦਾਂ ਤੁਸੀਂ 3 ਸਰਕਲ ਬਣਾ ਲਏ। ਇਹ ਕੰਸੈਂਟਰਿਕ ਹੋਣਗੇ, ਯਾਨੀ ਕਿ ਇੱਕੋ ਸੈਂਟਰ ਤੇ। ਮੇਰਾ ਪਰਫੈਕਟ ਨਹੀਂ ਬਣਿਆ ਪਰ ਤੁਸੀਂ ਆਪਣਾ ਠੀਕ ਕਰ ਸਕਦੇ ਹੋ। ਇਸ ਤੋਂ ਬਾਅਦ ਸਾਡੇ 2 ਸਰਕਲ ਜਿਹੜੇ ਰਹਿ ਗਏ, ਮੈਂ ਕਿਹਾ ਸੀ 5 ਸਰਕਲ ਬਣਾਉਣੇ ਹਨ, 3 ਤਾਂ ਇੱਥੇ ਖਤਮ ਕਰਤੇ। ਹੁਣ ਇੱਥੇ ਇੱਕ ਪੁਆਇੰਟ ਲਾਣਾ ਹੈ ਤੇ ਇੱਥੇ ਅਸੀਂ ਉਹ 2 ਸਰਕਲ ਬਣਾਉਣੇ ਹਨ। ਇਹ ਸਾਡਾ ਆਈ ਦਾ ਫਰੰਟ ਪਾਰਟ ਦੇ ਦੇਗਾ। ਵੈਸੇ ਤਾਂ ਜ਼ਿਆਦਾ ਹੁੰਦਾ ਨਹੀਂ ਬਟ ਅਸੀਂ ਥੋੜਾ ਜਿਹਾ ਵੱਡਾ ਜ਼ਰੂਰ ਰੱਖਣਾ ਹੈ ਜਿਹਦੇ ਕਰਕੇ ਅਸੀਂ ਚੰਗੀ ਤਰ੍ਹਾਂ ਸਾਫ਼-ਸਾਫ਼ ਡਾਇਗਰਾਮ ਬਣਾ ਸਕੀਏ। ਇੱਥੇ 4 ਸਰਕਲ ਹੋ ਗਏ ਹੁਣ ਕੰਪਲੀਟ। ਹੁਣ 5ਵਾਂ ਬਣਾਉਣ ਲੱਗਾ, ਇਹਦਾ ਕਨਸੈਂਟਰਿਕ ਹੋਏਗਾ। ਇੱਦਾਂ ਅਸੀਂ ਬਣਾ ਲਿਆ। ਹੁਣ ਲਗਭਗ ਸਾਡਾ ਆਈ ਦਾ ਸਟਰਕਚਰ ਬਣ ਚੁੱਕਾ ਹੈ। ਦੇਖੋ 3 ਸਰਕਲ ਬਣਾਏ ਤੇ 2 ਸਰਕਲ ਇਹ ਬਣਾਏ। ਹੁਣ ਜਿਹੜੀਆਂ ਚੀਜ਼ਾਂ ਚਾਹੀਦੀਆਂ ਨਹੀਂ ਉਹ ਅਸੀਂ ਮਿਟਾ ਲੈਣੀਆਂ ਹਨ। ਇਹ ਪੂਰਾ ਪੋਰਸ਼ਨ ਅਸੀਂ ਮਿਟਾ ਲੈਣਾ ਹੈ। ਇਹ ਵਿਚਕਾਰ ਦਾ ਸਾਨੂੰ ਕੁਝ ਵੀ ਨਹੀਂ ਚਾਹੀਦਾ। ਇਹ ਸੈਂਟਰ ਵੀ ਹੁਣ ਸਾਨੂੰ ਨਹੀਂ ਚਾਹੀਦਾ। ਇਹ ਸੈਂਟਰ ਵੀ ਹੁਣ ਨਹੀਂ ਚਾਹੀਦਾ। ਇਹ ਦੇਖੋ, ਇਹ ਆ ਗਿਆ ਸਾਹਮਣੇ ਦਾ ਪਾਰਟ ਆਈ ਦਾ ਤੇ ਇਹ ਆ ਗਿਆ ਸਾਡਾ ਪਿਛਲਾ ਪਾਰਟ ਜਿਹੜਾ ਦਿਸਦਾ ਨਹੀਂ। ਇਹ ਸਿਰਫ ਅਸੀਂ ਇਹੀ ਵੇਖਦੇ ਹਾਂ। ਤੁਸੀਂ ਇਧਰੋਂ ਵੇਖਿਆ ਸੀ ਉਸ ਫੋਟੋ ਨੂੰ ਜਿੱਥੇ ਤੁਸੀਂ ਇਹ ਸਿਰਫ ਇਹ ਪਾਰਟ ਵੇਖ ਰਹੇ ਸੀ, ਪਰ ਅੰਦਰ ਕੀ ਹੈ ਉਹ ਵੀ ਡਿਸਕਸ ਕਰਨਾ ਹੈ। ਬਾਹਰ ਵੀ ਕੀ ਹੈ, ਕਈ ਚੀਜ਼ਾਂ ਇੱਥੇ ਦਿਖਾਈ ਨਹੀਂ ਦਿੰਦੀਆਂ, ਉਹ ਵੀ ਅਸੀਂ ਨਾਲ ਨਾਲ ਥੋੜਾ ਡਿਸਕਸ ਕਰਾਂਗੇ। ਫਿਰ ਬਾਅਦ 'ਚ ਥਿਊਰੀ ਡਿਟੇਲ 'ਚ ਕਰਾਂਗੇ। ਹੁਣ ਇਹਦੇ ਬਾਅਦ ਥੋੜੀ ਜਿਹੀ ਇਹ ਜਿਹੜੀ ਦੂਜਾ ਸਰਕਲ ਆ ਰਿਹਾ ਥੋੜੀ ਜਿਹੀ ਟੱਚਿੰਗ ਦੇ ਦੇਣੀ ਹੈ। ਇੱਥੇ ਇਹਨੂੰ ਇੱਦਾਂ ਮਿਲਾ ਦਿਓ, ਇੱਥੇ ਇਹਨੂੰ ਇੱਦਾਂ ਮਿਲਾ ਦਿਓ। ਹੁਣ ਇਹ ਜਿਹੜਾ ਪਾਰਟ ਮੈਂ ਬਣਾਇਆ ਹੈ ਇਹਨੂੰ ਕਹਿੰਦੇ ਆ ਅਸੀਂ ਕੋਰਨੀਆ। ਵੈਸੇ ਬੁੱਕਸ 'ਚ ਅਲੱਗ ਕਰਕੇ ਸ਼ੇਡ ਕਰਕੇ ਵੀ ਦਿੱਤਾ ਹੁੰਦਾ ਹੈ, ਜਿੱਦਾਂ ਸਾਨੂੰ ਯਾਦ ਰਵੇ ਅਸੀਂ ਵੀ ਕਰ ਲੈਂਦੇ ਹਾਂ। ਇੱਕ ਟਰਾਂਸਪੇਰੈਂਟ ਪਾਰਟ ਹੈ, ਇੱਥੇ ਬਣਾਉਣ ਵਾਸਤੇ ਬਸ ਮੈਂ ਥੋੜਾ ਜਿਹਾ ਦਿਖਾ ਰਿਹਾ, ਵੈਸੇ ਸਾਨੂੰ ਦਿਖਾਈ ਨਹੀਂ ਦਿੰਦਾ। ਇਹਨੂੰ ਅਸੀਂ ਕਵਾਂਗੇ ਕੋਰਨੀਆ। ਹੁਣ ਇਹਦੇ ਅੰਦਰ ਕੀ ਹੈ, ਇੱਥੇ ਕੀ ਭਰਿਆ ਹੋਇਆ ਹੈ? ਇੱਥੇ ਇੱਕ ਲਿਕੁਇਡ ਐਕੁਅਸ ਹਿਊਮਰ ਹੁੰਦਾ ਹੈ ਜਿਹੜਾ ਸਰਕੂਲੇਟ ਹੁੰਦਾ ਰਹਿੰਦਾ ਹੈ। ਕਿਉਂ ਭਰਦੇ ਹਾਂ ਉਹ ਬਾਅਦ 'ਚ ਅਸੀਂ ਡਿਸਕਸ ਕਰਨਾ ਹੈ, ਪਰ ਤੁਸੀਂ ਇਹ ਯਾਦ ਰੱਖਣਾ ਹੈ ਕੋਰਨੀਆ ਦੇ ਬਾਅਦ ਕੀ ਆ ਗਿਆ। ਕੋਰਨੀਆ ਦੇ ਬਾਅਦ ਆ ਗਿਆ ਸਾਡਾ ਐਕੁਅਸ ਹਿਊਮਰ। ਬਾਅਦ 'ਚ ਲੇਬਲ ਕਰਾਂਗੇ, ਹਾਲੇ ਜਿੰਨਾ ਯਾਦ ਹੋ ਸਕਦਾ ਹੈ ਕਰੀਏ। ਹੁਣ ਦੇਖੋ ਇਹਦੇ ਬਾਅਦ ਇੰਟਰਸਟਿੰਗ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਣੀਆਂ। ਐਕੁਅਸ ਹਿਊਮਰ ਦੇ ਪਿੱਛੇ ਸਾਡੇ ਪਿਆ ਹੋਇਆ ਹੈ ਆਇਰਿਸ।
ਇਹ ਆਇਰਿਸ ਹੀ ਹੈ ਜਿਹੜਾ ਤੁਹਾਨੂੰ ਸਰਕਲ ਜਿਹਾ ਦਿਸਦਾ ਹੈ। ਮੈਂ ਇਸ ਪਾਰਟ ਦੀ ਗੱਲ ਕਰ ਰਿਹਾ ਹਾਂ। ਇਹ ਜਿਹੜਾ ਸਰਕਲ ਹੈ ਤਾਂ ਇਹਦਾ ਵੇਖੋ ਵਿੱਚ ਗੈਪ ਹੈ ਨਾ, ਇਹ ਗੈਪ ਇੱਥੇ ਦਿਸਦਾ ਪਿਆ ਹੈ ਕਿਉਂਕਿ ਇਹ ਕ੍ਰਾਸ ਸੈਕਸ਼ਨ ਹੈ, ਤਾਂ ਕਰਕੇ ਸਾਨੂੰ ਇਦਾਂ ਨਜ਼ਰ ਆ ਰਿਹਾ ਹੈ, ਬਟ ਇਹ ਸਰਕਲ 'ਚ ਹੋਏਗਾ ਕਿਉਂਕਿ 3D ਫਿਗਰ ਵੇਖੋਗੇ ਅਸੀਂ ਤਾਂ ਵਿੱਚੋਂ ਕੱਟਿਆ ਹੋਇਆ ਹੈ ਨਾ, ਤਾਂ ਕਰਕੇ ਸਾਨੂੰ ਇਦਾਂ ਦਾ ਨਜ਼ਰ ਆ ਰਿਹਾ, ਅਸੀਂ ਇਦਾਂ ਵਿਖਾ ਰਹੇ ਹਾਂ। ਬਟ ਦਿਸ ਇਜ਼ ਕਾਲਡ ਆਇਰਿਸ। ਆਇਰਿਸ ਦਾ ਕੰਮ ਕੀ ਹੁੰਦਾ ਹੈ? ਇਸ ਛੇਦ ਨੂੰ ਛੋਟਾ ਵੱਡਾ ਕਰਨਾ। ਇਸ ਛੇਦ ਨੂੰ ਕਹਿੰਦੇ ਆ ਅਸੀਂ ਪਿਊਪਿਲ, ਜਿਹੜਾ ਸਾਡੀ ਆਈਜ਼ ਦੇ ਵਿੱਚ ਹਨੇਰਾ ਜਿਹਾ ਦਿਖਾਈ ਦਿੰਦਾ ਹੈ। ਦੇਖੋ ਇੱਥੇ ਹਨੇਰਾ ਦਿਖਾਈ ਦੇ ਰਿਹਾ, ਕੁਝ ਵੀ ਨਹੀਂ ਦਿਖਾਈ ਦੇ ਰਿਹਾ। ਇਹ ਹੈ ਕਿ ਇਹ ਹੋਲ ਹੈ, ਇਹ ਛੇਦ ਹੈ। ਇਸ ਨੂੰ ਵੱਡਾ ਛੋਟਾ ਕਰਨਾ ਹੀ ਇਹਦਾ ਕੰਮ ਹੁੰਦਾ ਹੈ। ਜਦੋਂ ਤੁਸੀਂ ਹਨੇਰੇ 'ਚ ਹੁੰਦੇ ਹੋ ਜਾਂ ਲਾਈਟ ਡਿਮ ਹੁੰਦੀ ਹੈ ਜਾਂ ਬਹੁਤ ਪ੍ਰਕਾਸ਼ ਹੁੰਦਾ ਹੈ ਤਾਂ ਇਹਦਾ ਸਾਈਜ਼, ਇਸ ਛੇਦ ਦਾ ਸਾਈਜ਼ ਚੇਂਜ ਹੁੰਦਾ ਹੈ। ਇਹਨਾਂ ਦੋ ਡਾਇਗਰਾਮਾਂ 'ਚ ਵੇਖੋ, ਇੱਥੇ ਵੇਖੋ ਕਿੰਨਾ ਵੱਡਾ ਪਿਊਪਿਲ ਹੋ ਗਿਆ ਹੈ, ਕਿੰਨਾ ਵੱਡਾ ਸਾਈਜ਼ ਹੋ ਗਿਆ ਹੈ, ਯਾਨੀ ਕਿ ਜਿਹੜਾ ਆਇਰਿਸ ਹੈ ਕਿੰਨਾ ਪਿੱਛੇ ਖਿੱਚ ਗਿਆ ਹੈ। ਇੱਕ ਖਾਸ ਤਰ੍ਹਾਂ ਦਾ ਹੁੰਦਾ ਆਇਰਿਸ, ਇਹ ਕੰਟਰੈਕਟ ਵੀ ਕਰ ਸਕਦਾ ਹੈ, ਛੋਟਾ ਵੀ ਹੋ ਸਕਦਾ ਹੈ ਤੇ ਵੱਡਾ ਵੀ ਹੋ ਸਕਦਾ ਹੈ। ਤਾਂ ਦੇਖੋ ਇਹਨੇ ਪਿਊਪਿਲ ਕਿੰਨਾ ਵੱਡਾ ਕਰਤਾ। ਇੱਥੇ ਸਾਈਜ਼ ਵੇਖਦੇ ਹਾਂ ਪਿਊਪਿਲ ਦਾ ਕਿੰਨਾ ਛੋਟਾ ਹੈ। ਇਹਨਾਂ ਦੋਨਾਂ ਫੋਟੋ 'ਚ ਤੁਸੀਂ ਦੇਖ ਸਕਦੇ ਹੋ ਕੀ ਫਰਕ ਹੈ। ਇੱਥੇ ਵੇਖੋ ਹਨੇਰਾ ਜਿਹਾ ਦਿਖ ਰਿਹਾ ਨਾ, ਇਹ ਫੋਟੋ ਜਦੋਂ ਲਿੱਤੀ ਗਈ ਹੈ ਜਦੋਂ ਡਿਮ ਲਾਈਟ ਸੀਗੀ, ਉਹ ਤੁਹਾਨੂੰ ਨਜ਼ਰ ਵੀ ਆ ਰਿਹਾ ਹੈ। ਇਹ ਦੇਖੋ ਡਿਮ ਲਾਈਟ ਹੈ ਤਾਂ ਕਰਕੇ ਪਿਊਪਿਲ ਜਿਹੜਾ ਹੈ ਵੱਡਾ ਹੋ ਜਾਣਾ ਹੈ, ਜਿਹਦੇ ਕਰਕੇ ਜ਼ਿਆਦਾ ਰੋਸ਼ਨੀ ਅੰਦਰ ਆ ਸਕੇ। ਜਦੋਂ ਲਾਈਟ ਬਹੁਤ ਸੀਗੀ, ਦੇਖੋ ਇੱਥੋਂ ਲਾਈਟ ਕਿੰਨੀ ਪੈ ਰਹੀ ਹੈ, ਤਾਂ ਜਿਹੜਾ ਸਾਡਾ ਪਿਊਪਿਲ ਦਾ ਸਾਈਜ਼ ਹੈ ਉਹ ਛੋਟਾ ਹੋ ਜਾਂਦਾ ਹੈ। ਕਰਦਾ ਕੌਣ ਹੈ? ਆਇਰਿਸ ਦਾ ਕੰਮ ਹੈ ਇਹ, ਇਸ ਮਸਲ ਦਾ ਕੰਮ ਹੈ ਇਹ। ਦੇਖੋ ਇੱਥੇ ਬ੍ਰਾਈਟ ਲਾਈਟ ਹੈ। ਇਹ ਤੁਸੀਂ ਆਪ ਵੀ ਕਰ ਸਕਦੇ ਹੋ, ਤੁਸੀਂ ਇਹਨੂੰ ਛੋਟਾ ਵੱਡਾ ਕਰਦੇ ਵੇਖ ਸਕਦੇ ਹੋ। ਹੁਣ ਆਇਰਿਸ ਜਿਹੜਾ ਹੋਏਗਾ ਜਦੋਂ ਬਹੁਤ ਲਾਈਟ ਹੋ ਜਾਏਗੀ ਤਾਂ ਇਹਨੇ ਛੋਟਾ ਕਰ ਦੇਣਾ, ਜਿਹਦੇ ਕਰਕੇ ਸਾਡੀ ਆਈਜ਼ ਨੂੰ ਨੁਕਸਾਨ ਨਾ ਪਹੁੰਚੇ। ਜਦੋਂ ਲਾਈਟ ਹੀ ਘੱਟ ਹੋਏਗੀ ਤਾਂ ਇਹ ਚਾਹੇਗਾ ਕਿ ਜਿੰਨੀ ਵੀ ਲਾਈਟ ਹੈ ਉਹ ਅੰਦਰ ਆ ਜਾਵੇ, ਤਾਂ ਕਰਕੇ ਇਹਨੇ ਉੱਪਰ ਨੂੰ ਚੱਲ ਜਾਣਾ ਹੈ, ਤਾਂ ਕਰਕੇ ਸਾਨੂੰ ਜਿਹੜਾ ਪਿਊਪਿਲ ਹੈ ਵੱਡਾ ਹੁੰਦਾ ਨਜ਼ਰ ਆਉਂਦਾ ਹੈ। ਇਹੀ ਪਾਰਟ ਹੈ ਜਿਹੜਾ ਸਾਨੂੰ ਇਹ ਹਨੇਰਾ ਦਿਖ ਰਿਹਾ। ਇਹਦੇ ਪਿੱਛੇ ਕੀ ਹੈ? ਇਹਦੇ ਪਿੱਛੇ ਸਾਡਾ ਹੈ ਲੈਂਸ। ਸਾਡੇ ਕੋਲ ਆਲਰੇਡੀ ਇੱਕ ਆਈ ਲੈਂਸ ਹੈਗਾ ਹੈ, ਜਿਹਦੇ ਨਾਲ ਅਸੀਂ ਇਮੇਜ ਬਣਾਉਂਦੇ ਹਾਂ। ਉਹ ਹੁਣ ਅਸੀਂ ਡਰਾ ਕਰਨਾ ਹੈ। ਇਸ ਛੇਦ ਦੇ ਪਿੱਛੇ ਹੀ ਸਾਡਾ ਲੈਂਸ ਪਿਆ ਹੋਇਆ ਹੈ। ਸਾਡੇ ਕੋਲ ਕਿਹੜਾ ਲੈਂਸ ਹੈ? ਸਾਡੇ ਕੋਲ ਕਨਵੈਕਸ ਲੈਂਸ ਹੈ। ਇਹ ਹੈ ਸਾਡਾ ਆਈ ਲੈਂਸ, ਜਿਹਨੂੰ ਕ੍ਰਿਸਟਲਾਈਨ ਲੈਂਸ ਵੀ ਕਹਿ ਦਿੰਦੇ ਹਾਂ। ਇਹ ਅਸੀਂ ਬਣਾਤਾ। ਹੁਣ ਦੇਖੋ ਇਸ ਲੈਂਸ ਨੂੰ ਤਾਂ ਕੋਈ ਸਪੋਰਟ ਹੀ ਨਹੀਂ, ਤਾਂ ਇਹਦੀ ਸਪੋਰਟ ਵਾਸਤੇ ਮੈਂ ਡਿਫਰੈਂਟ ਕਲਰ 'ਚ ਬਣਾਵਾਂਗਾ। ਸਾਡੇ ਕੋਲ ਹੁੰਦੀਆਂ ਨੇ ਸਿਲਰੀ ਮਸਲਸ, ਜਿਹੜੀ ਇਹਨੂੰ ਫੜ ਕੇ ਰੱਖਦੀਆਂ ਹਨ। ਇਦਾਂ ਗ੍ਰਿਪ ਕੀਤਾ ਹੋਇਆ ਹੈ ਦੋਨੋਂ ਪਾਸੇ ਤੋਂ, ਜਿਹਦੇ ਕਰਕੇ ਇਹਨੂੰ ਸਟੇਬਿਲਿਟੀ ਮਿਲੇ। ਸਿਰਫ ਸਿਲਰੀ ਮਸਲਸ ਦਾ ਕੰਮ ਇਹ ਨਹੀਂ ਕਿ ਇਹਨੂੰ ਅਸੀਂ ਫੜ ਕੇ ਰੱਖੀਏ, ਇਹ ਇਹਨੂੰ ਕੰਟਰੈਕਟ ਤੇ ਐਕਸਪੈਂਡ ਵੀ ਕਰ ਸਕਦੀਆਂ ਹਨ, ਯਾਨੀ ਕਿ ਇਸ ਲੈਂਸ ਦੀ ਸ਼ੇਪ ਚੇਂਜ ਕਰ ਸਕਦੇ ਹਨ। ਦੇਖੋ ਸਾਡੀ ਅੱਖ ਕਿਹੋ ਜਿਹੀ ਚਮਤਕਾਰੀ ਹੈ। ਇਹਦੀ ਜਿਹੜਾ ਲੈਂਸ ਹੈ ਉਹ ਐਡਜਸਟ ਹੋ ਸਕਦਾ ਹੈ, ਛੋਟਾ ਵੱਡਾ ਹੋ ਸਕਦਾ ਹੈ। ਜੇ ਇਹਨੂੰ ਮੈਂ ਪਿੱਛੇ ਨੂੰ ਖਿੱਚ ਲਾਂਗਾ ਤਾਂ ਇਹ ਪਤਲਾ ਹੋ ਜਾਣਾ, ਜੇ ਇਹਨੂੰ ਕੰਟਰੈਕਟ ਕਰਾਂ, ਦਬਾਵਾਂ, ਤੇ ਇਹਨੇ ਮੋਟਾ ਹੋ ਜਾਣਾ, ਥਿਕਰ ਹੋ ਜਾਣਾ। ਇਸੇ ਫਿਨੋਮੇਨਾ ਨੂੰ ਅਸੀਂ ਕਹਿੰਦੇ ਹਾਂ ਐਕੋਮੋਡੇਸ਼ਨ, ਕਿਉਂਕਿ ਸਾਨੂੰ ਚੀਜ਼ ਇੱਕ ਜਗ੍ਹਾ ਨਹੀਂ ਦੇਖਣੀ, ਅਸੀਂ ਤਾਂ ਬਹੁਤ ਜਗ੍ਹਾ ਦੇਖਣੀ ਹੈ। ਹੁਣ ਮੇਰਾ ਕਰਸਰ ਇੱਥੇ ਵੇਖਣਾ ਹੋਏ ਤਾਂ ਇਹਨੂੰ ਲੈਂਸ ਨੂੰ ਐਡਜਸਟ ਜਾਂ ਐਕੋਮੋਡੇਟ ਕਰਨਾ ਪੈਣਾ। ਹੁਣ ਜੇ ਮੈਂ ਬਹੁਤ ਦੂਰ ਲੈ ਜਾਵਾਂ ਤਾਂ ਇਹ ਲੈਂਸ ਆਪਣੇ ਆਪ ਐਡਜਸਟ ਹੋਏਗਾ। ਤੇ ਕਿਹੜੀ ਮਸਲ ਨਾਲ ਅਸੀਂ ਕਰਦੇ ਹਾਂ, ਜਿਹੜੇ ਅਸੀਂ ਕਹਿੰਦੇ ਨਾ ਗੌਰ ਕਰੋ, ਫੋਕਸ ਕਰੋ ਕਿਸੇ ਚੀਜ਼ ਨਾਲ, ਉਹ ਇਹ ਸਿਲਰੀ ਮਸਲਸ ਹੀ ਕੰਮ ਕਰਦੀਆਂ ਹਨ। ਹੁਣ ਗਾਂ ਦਾ ਕੰਮ ਤਾਂ ਹੋ ਗਿਆ ਲਗਭਗ, ਜਿਹੜੇ ਸਾਡੇ ਸਿਲੇਬਸ 'ਚ ਹਨ। ਵੈਸੇ ਤਾਂ ਬਹੁਤ ਪਾਰਟਸ ਹੁੰਦੇ ਹਨ, ਬਟ ਗਾਂ ਦਾ ਅਸੀਂ ਮੋਟਾ ਸਮਝ ਲਿਆ ਕੀ ਕੀ ਹੈਗਾ। ਦੁਬਾਰਾ ਰਿਪੀਟ ਕਰੀਏ, ਇਹ ਹੈ ਕੋਰਨੀਆ, ਉਹਦੇ ਬਾਅਦ ਆ ਗਿਆ ਐਕੁਅਸ ਹਿਊਮਰ, ਉਹਦੇ ਬਾਅਦ ਆਇਰਿਸ, ਆਈ ਲੈਂਸ, ਸਿਲਰੀ ਮਸਲਸ। ਹੁਣ ਕੀ ਹੋਣਾ ਹੈ? ਹੁਣ ਰੇ ਆਏਗੀ ਕੋਈ ਵੀ ਪੈਰਲਲ। ਦੇਖੋ ਇਸ ਲੈਂਸ ਨੇ ਕੀ ਕਰਨਾ ਹੈ? ਉਹਨੂੰ ਬੈਂਡ ਕਰ ਦੇਣਾ ਹੈ, ਤਾਂ ਇਦਾਂ ਬੈਂਡ ਕਰਤਾ। ਫਿਰ ਇਹ ਲੈਂਸ ਉਹਨੂੰ ਫਰਦਰ ਬੈਂਡ ਕਰੇਗਾ। ਫਿਰ ਇੱਕ ਹੋਰ ਰੇ ਆਈ, ਉਹ ਵੀ ਇਦਾਂ ਬੈਂਡ ਹੋਈ ਤੇ ਇਦਾਂ ਇੱਥੇ ਪੁਆਇੰਟ ਬਣ ਗਿਆ। ਇਹ ਕੀ ਬਣਦਾ ਪਿਆ? ਜਿੱਦਾਂ ਸਾਡੇ ਲੈਂਸ 'ਚ ਬਣਦਾ ਪਿਆ ਸੀ, ਇਹ ਬਣਦੀ ਪਈ ਹੈ ਇਮੇਜਸ। ਹੁਣ ਇਮੇਜ ਇੱਥੇ ਰਿਕਾਰਡ ਕੌਣ ਕਰੇਗਾ? ਤਾਂ ਇਹਦੇ ਵਾਸਤੇ ਸਾਡਾ ਨੈਕਸਟ ਪਾਰਟ ਜਿਹੜਾ ਆਈਦਾ ਹੈਗਾ ਉਹ ਹੈਗਾ, ਜਿਹਨੂੰ ਅਸੀਂ ਕਹਿੰਦੇ ਆ ਰੈਟੀਨਾ। ਰੈਟੀਨਾ ਨੂੰ ਮੈਂ ਥੋੜਾ ਡਿਫਰੈਂਟ ਕਲਰ ਨਾਲ ਵਿਖਾ ਰਿਹਾ, ਰੈੱਡ ਨਾਲ ਵਿਖਾ ਰਿਹਾ, ਸ਼ੇਡਿੰਗ ਹੀ ਕਰਨੀ ਹੈ। ਇਹ ਜਿਹੜਾ ਸਤ੍ਹਾ ਹੈ ਜਿੱਥੇ ਸਾਡੀ ਇਮੇਜ ਰਿਕਾਰਡ ਹੁੰਦੀ ਹੈ, ਇਹਨੂੰ ਮੈਂ ਰੈੱਡ ਕਲਰ ਨਾਲ ਸ਼ੇਡ ਕਰਤਾ। ਇਹ ਸਤ੍ਹਾ ਹੈ ਜਿੱਥੇ ਇਮੇਜ ਫਾਰਮ ਹੋਏਗੀ, ਕਿਤੇ ਵੀ ਹੋ ਸਕਦੀ ਹੈ, ਇੱਧਰ ਇੱਧਰ।
ਹੁਣ ਦੇਖੋ ਸਾਡਾ ਲੈਂਸ ਕੀ ਹੈ, ਸਾਡਾ ਲੈਂਸ ਤਾਂ ਹੈ ਕਨਵੈਕਸ। ਕਨਵੈਕਸ ਤੇ ਜ਼ਿਆਦਾਤਰ ਕਿਹੜੀਆਂ ਇਮੇਜਾਂ ਬਣਦੀਆਂ ਹਨ? ਪੁੱਠੀਆਂ। ਯਾਨੀ ਕਿ ਇੱਥੇ ਐਰੋ ਲਾਇਆ ਹੋਏ ਸਾਨੂੰ ਵਿਖਾਈ ਦੇਣਾ ਹੈ, ਇਹਦਾ ਹੈਡ ਇੱਥੇ ਆਣਾ ਹੈ, ਪੁੱਠੀ ਇਮੇਜ। ਹੁਣ ਇਹ ਕਿੱਦਾਂ ਸਮਝ ਆਏਗੀ ਪੁੱਠੀ ਇਮੇਜ? ਕਿਆ ਸਾਡਾ ਕੰਮ ਪੂਰਾ ਹੋ ਗਿਆ? ਕਿਆ ਸਾਨੂੰ ਨਜ਼ਰ ਆ ਗਿਆ? ਨਹੀਂ। ਸਭ ਤੋਂ ਇੰਪੋਰਟੈਂਟ ਚੀਜ਼ ਹੈ ਆਪਟੀਕਲ ਨਰਵ। ਇੰਨੇ ਇੰਪੋਰਟੈਂਟ ਕੰਮ ਕਰਨਾ ਹੈ ਕਿ ਇੰਨੇ ਹੀ ਸਿਗਨਲ ਮਾइंड ਨੂੰ ਸਾਡੇ ਪਹੁੰਚਾਉਣਾ ਹੈ ਇੱਕ ਇਲੈਕਟ੍ਰਿਕ ਸਿਗਨਲ ਦੀ ਤਰ੍ਹਾਂ। ਤਾਂ ਕਰਕੇ ਸਾਨੂੰ ਸਮਝ ਆਏਗਾ ਜਿਹੜੀ ਇਮੇਜ ਬਣ ਗਈ ਹੈ ਉਹ ਹੈ ਕੀ, ਉਹ ਬਣਿਆ ਕੀ ਉਹਦੇ ਨਾਲ। ਇਹ ਹੈ ਸਾਡੀ ਆਪਟੀਕਲ ਨਰਵ, ਜਿਹਨੇ ਸਿਗਨਲ ਭੇਜਣਾ ਹੈ ਮਾइंड ਨੂੰ। ਪੁੱਠੀ ਦੀ ਸਿੱਧੀ ਵੀ ਤਾਂ ਕਰਨੀ ਹੈ ਇਮੇਜ, ਤਾਂ ਇਹ ਸਾਰਾ ਕੰਮ ਹੋਏਗਾ ਸਾਡੇ ਮਾइंड 'ਚ। ਯਾਨੀ ਕਿ ਸਾਡਾ ਦਿਮਾਗ ਕੰਮ ਨਾ ਕਰੇ ਤਾਂ ਅਸੀਂ ਕੁਝ ਨਹੀਂ ਦੇਖ ਸਕਦੇ। ਦਿਮਾਗ ਬਹੁਤ ਇੰਪੋਰਟੈਂਟ ਹੈ। ਤੁਸੀਂ ਦੇਖਿਆ ਹੋਣਾ ਕਈ ਵਾਰੀ ਮੂਵੀ 'ਚ ਦੱਸਦੇ ਹਨ ਸਿਰ 'ਚ ਚੋਟ ਲੱਗੀ ਤੇ ਦਿਖਾਈ ਦੇਣਾ ਬੰਦ ਹੋ ਗਿਆ, ਯਾਨੀ ਕਿ ਆਪਟੀਕਲ ਨਰਵ ਨੂੰ ਡੈਮੇਜ ਹੋ ਗਿਆ। ਤਾਂ ਕਰਕੇ ਇਮੇਜ ਤਾਂ ਬਣੇਗੀ ਬਟ ਉਹਨੂੰ ਇੰਟਰਪ੍ਰੇਟ ਜਾਂ ਸਮਝਣਾ ਹੀ ਨਹੀਂ ਕਰ ਪਾਏਗਾ ਸਾਡਾ ਮਾइंड। ਹੁਣ ਆਈ ਦਾ ਇੱਕ ਇੱਕ ਪਾਰਟ ਲੈ ਕੇ ਅਸੀਂ ਡਿਟੇਲ 'ਚ ਡਿਸਕਸ਼ਨ ਕਰਾਂਗੇ। ਸਭ ਤੋਂ ਪਹਿਲੇ ਲਵਾਂਗੇ ਇਹ ਜਿਹੜਾ ਫਰੰਟ ਪਾਰਟ ਹੁੰਦਾ ਹੈ। ਫਰੰਟ ਪਾਰਟ कहलाता है कॉर्निया। ਇਹ ਇੱਕ ਟਰਾਂਸਪੇਰੈਂਟ ਥਿਨ ਮੈਂਬਰੇਨ ਹੈ। ਮੈਂਬਰੇਨ ਦਾ ਮਤਲਬ ਕਿਸੇ ਚੀਜ਼ ਨੂੰ ਰੋਕੇਗੀ ਤੇ ਕਈ ਚੀਜ਼ ਨੂੰ ਜਾਣ ਦੇਗੀ। ਇਹ ਲਾਈਟ ਨੂੰ ਜਾਣ ਦਿੰਦੀ ਹੈ। ਇਹ ਲੇਅਰ ਜਿਹੜੀ ਹੈ ਲਾਈਟ ਨੂੰ ਜਾਣ ਦੇਗੀ, ਪਰ ਕੋਈ ਹੋਰ ਚੀਜ਼ਾਂ ਜਿਵੇਂ ਗੰਦਗੀ ਹੋ ਗਈ, ਕੋਈ ਡਸਟ ਹੋ ਗਈ, ਉਹਨੂੰ ਇਹ ਨਹੀਂ ਜਾਣ ਦਿੰਦੀ, ਪ੍ਰੋਟੈਕਟ ਕਰਦੀ ਹੈ ਇੱਕ ਤਰ੍ਹਾਂ ਨਾਲ। ਇਹਦੇ ਕਾਰਨ ਸਾਡੀ ਆਈ ਬॉल ਤੇ ਇਦਾਂ ਦਾ ਇੱਕ ਬਲਜ ਬਣ ਜਾਂਦਾ ਹੈ, ਉੱਪਰ ਨੂੰ ਉੱਠਿਆ ਹੋਇਆ ਥੋੜਾ ਜਿਹਾ ਆਈ ਬॉल ਲੱਗਦਾ ਹੈ। ਇਹ ਇੱਕ ਟਰਾਂਸਪੇਰੈਂਟ ਮੀਡੀਅਮ ਹੋਣ ਕਾਰਨ ਸਾਨੂੰ ਸ਼ੀਸ਼ੇ 'ਚ ਵਿਖਾਈ ਨਹੀਂ ਦਿੰਦਾ, ਬਟ ਜੇ ਅਸੀਂ ਫੋਟੋ ਲੈ ਲਈਏ ਤਾਂ ਆਇਰਿਸ ਦੇ ਉੱਪਰ ਇਹ ਜਿਹੜਾ ਇਹ ਤਾਂ ਅਸੀਂ ਵੇਖ ਸਕਦੇ ਹਾਂ ਆਇਰਿਸ, ਪਰ ਇਹਦੇ ਉੱਪਰ ਇੱਕ ਇਹ ਜਿਹੜੀ ਪਰਤ ਜਿਹੀ ਹੈਗੀ ਹੈ, ਲੇਅਰ ਜਿਹੀ ਹੈਗੀ ਹੈ, ਇਹੀ ਸਾਡਾ ਕੌਰਨੀਆ ਹੈ। ਇਹ ਇੱਕ ਕਨਵੈਕਸ ਲੈਂਸ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਇਹਦਾ ਫਿਕਸਡ ਫੋਕਸ ਹੁੰਦਾ ਹੈ, ਯਾਨੀ ਕਿ ਇਹਦਾ ਫੋਕਸ ਚੇਂਜ ਨਹੀਂ ਹੋ ਸਕਦਾ। ਇਹ ਆਈ ਨੂੰ ਇੱਕ ਹੀ ਪੁਆਇੰਟ ਤੇ ਫੋਕਸ ਕਰਾ ਸਕਦਾ ਹੈ। ਹੁਣ ਦੇਖੋ ਲਾਈਟ ਜਦੋਂ ਇਦਾਂ ਐਂਟਰ ਹੋਏਗੀ ਤਾਂ ਸਭ ਤੋਂ ਪਹਿਲੇ ਇਹਦੇ ਨਾਲ ਹੀ ਰਿਫਰੈਕਸ਼ਨ ਹੁੰਦੀ ਹੈ। ਜਿੰਨੀ ਵੀ ਟੋਟਲ ਆਈ ਰਿਫਰੈਕਸ਼ਨ ਕਰੇਗੀ, ਬੈਂਡ ਕਰੇਗੀ ਲਾਈਟ ਨੂੰ, ਉਹਦਾ 2/3 ਭਾਗ ਇੱਥੇ ਹੀ ਹੋ ਜਾਂਦਾ ਹੈ ਤੇ ਜਿਹੜੀ 1/3 ਬਾਕੀ ਬਚ ਗਿਆ ਉਹ ਇਸ ਲੈਂਸ ਨੇ ਕਰਨਾ ਹੈ, ਜਿਹੜਾ ਅਸੀਂ ਅੱਗੇ ਡਿਸਕਸ ਕਰਾਂਗੇ। ਇਹਦੇ ਇੱਕ ਹੋਰ ਕੰਮ ਹੈ, ਇਹ ਪ੍ਰੋਟੈਕਟ ਵੀ ਕਰਦਾ ਹੈ ਕਿਸ ਨੂੰ? ਐਕੁਅਸ ਹਿਊਮਰ ਨੂੰ। ਅਗਲੇ ਅੰਦਰ ਇੱਕ ਲਿਕੁਇਡ ਹੁੰਦਾ ਹੈ ਐਕੁਅਸ ਹਿਊਮਰ, ਆਇਰਿਸ ਨੂੰ, ਪਿਊਪਲ ਨੂੰ, ਲੈਂਸ ਨੂੰ, ਇਹਨਾਂ ਸਾਰੀਆਂ ਚੀਜ਼ਾਂ ਨੂੰ, ਅੰਦਰਲੀਆਂ ਨੂੰ, ਇੰਟੀਰੀਅਰ ਚੀਜ਼ਾਂ ਨੂੰ ਇਹ ਕਵਰ ਕਰਕੇ ਰੱਖਦਾ ਹੈ, ਬਚਾਵ ਕਰਕੇ ਰੱਖਦਾ ਹੈ ਉਹਨਾਂ ਦਾ। ਕੌਰਨੀਆ ਦੇ ਅੰਦਰ ਹੁੰਦਾ ਹੈ ਐਕੁਅਸ ਹਿਊਮਰ ਲਿਕੁਇਡ। ਇਹ ਇੱਥੇ ਭਰਿਆ ਹੁੰਦਾ ਹੈ ਤੇ ਸਿਰਫ ਦਿਖਾਉਣ ਵਾਸਤੇ ਹੈ, ਵੈਸੇ ਇਹ ਬਿਲਕੁਲ ਕਲੀਅਰ ਟਰਾਂਸਪੇਰੈਂਟ ਲਿਕੁਇਡ ਹੁੰਦਾ ਹੈ। ਇਹ ਲਗਾਤਾਰ ਸਾਡੀ ਅੱਖ 'ਚ ਬਣਦਾ ਹੈ ਤੇ ਡਰੇਨ ਵੀ ਕੰਟੀਨਿਊਸਲੀ ਹੁੰਦਾ ਹੈ। ਇਹਦਾ ਕੰਮ ਹੁੰਦਾ ਹੈ ਆਈਜ਼ ਦੇ ਜਿਹੜੇ ਡਿਫਰੈਂਟ ਪਾਰਟ ਹਨ ਉਹਨਾਂ ਨੂੰ ਆਪਣੀ ਜਗ੍ਹਾ ਰੱਖੀਏ, ਥੋੜਾ ਜਿਹਾ ਪ੍ਰੈਸ਼ਰ ਦਿੰਦਾ ਹੈ। ਜੇ ਇਹ ਨਾ ਹੋਵੇ ਤਾਂ ਸੋਚੋ ਇਹ ਬਲਜ ਕਿੱਦਾਂ ਰਹੇਗਾ? ਇਹ ਤਾਂ ਚਿਪਕ ਹੀ ਜਾਏਗਾ, ਪਿਚਕ ਜਾਏਗਾ। ਇਹ ਜਿਹੜਾ ਲੈਂਸ ਹੈ ਇਹ ਗਾਂਹ ਨੂੰ ਨਾ ਆ ਜਾਏ, ਆਇਰਿਸ ਆਪਣੀ ਜਗ੍ਹਾ ਤੇ ਰਵੇ। ਤਾਂ ਇੱਕ ਤਾਂ ਕੰਮ ਸਟੇਬਿਲਿਟੀ ਦੇ ਰਿਹਾ ਹੈ ਤੇ ਦੂਜੀ ਚੀਜ਼ ਉਹ ਪ੍ਰੋਵਾਈਡ ਕਰਦਾ ਹੈ ਆਈਜ਼ ਦੇ ਇਹਨਾਂ ਪਾਰਟਸ ਨੂੰ ਨਿਊਟ੍ਰੀਸ਼ਨ, ਸਪੈਸ਼ਲੀ ਜਿਹੜਾ ਕੌਰਨੀਆ ਹੈ, ਬਾਹਰਲੀ ਪਰਤ ਜਿਹੜੀ ਹੈ ਉਹ, ਤੇ ਲੈਂਸ ਨੂੰ, ਕਿਉਂਕਿ ਇਹ ਵੀ ਤੇ ਕੰਮ ਕਰਦੀਆਂ ਹਨ। ਜਦੋਂ ਇਹ ਕੰਮ ਕਰਦੀਆਂ ਹਨ ਤਾਂ ਇਹਨਾਂ ਨੂੰ એનર્ਜੀ ਵੀ ਚਾਹੀਦੀ ਹੈ। એનર્ਜੀ ਵਾਸਤੇ ਇਹ ਮੈਕੈਨਿਜ਼ਮ ਸਾਨੂੰ ਦਿੱਤਾ ਗਿਆ ਹੈ। ਸਾਡਾ ਕੁਐਸਚਨ ਪੈਦਾ ਹੋ ਸਕਦਾ ਹੈ ਵੀ ਇੱਥੇ ਸਪੈਸ਼ਲ ਇਹ ਪਾਣੀ ਵਾਲਾ ਮੈਕੈਨਿਜ਼ਮ ਕਿਉਂ ਹੈ? ਜੇਕਰ ਅਸੀਂ ਇੱਥੇ ਵੇਨਸ ਲਾ ਦਈਏ, ਨਸਾਂ ਲਾ ਦਈਏ, ਉਹਨੇ ਤਾਂ ਰੈੱਡ ਕਰ ਦੇਣਾ ਇਸ ਨੂੰ, ਸਾਨੂੰ ਤਾਂ ਦਿਸਣਾ ਹੀ ਕੁਝ ਨਹੀਂ। ਤਾਂ ਹੀ ਕਰਕੇ ਕੁਝ ਇਹੋ ਜਿਹੀ ਚੀਜ਼ ਚਾਹੀਦੀ ਸੀ ਸਾਨੂੰ ਜਿਹਦੇ ਕਰਕੇ ਬਿਲਕੁਲ ਕਲੀਅਰ ਟਰਾਂਸਪੇਰੈਂਟ ਮੀਡੀਅਮ ਰਹੇ ਤੇ ਸਾਨੂੰ ਨਿਊਟ੍ਰੀਸ਼ਨ ਵੀ ਮਿਲਦਾ ਰਹੇ। ਤਾਂ ਹੀ ਕਰਕੇ ਇੱਥੇ ਵੇਨਸ ਨਹੀਂ ਹੁੰਦੀਆਂ, ਨਸਾਂ ਨਹੀਂ ਹੁੰਦੀਆਂ ਜਿਵੇਂ ਸਾਡੇ ਬਾਕੀ ਬਾਡੀ ਪਾਰਟਸ ਹਨ। ਇੱਥੇ ਨਿਊਟ੍ਰੀਸ਼ਨ ਵਾਸਤੇ, એનર્ਜੀ ਪਹੁੰਚਾਉਣ ਵਾਸਤੇ ਐਕੁਅਸ ਹਿਊਮਰ ਯੂਜ਼ ਕੀਤਾ ਜਾਂਦਾ ਹੈ। ਐਕੁਅਸ ਹਿਊਮਰ ਦੇ ਅੱਗੇ ਹੀ ਹੈ ਆਇਰਿਸ, ਜਿਹੜਾ ਅਸੀਂ ਇੱਦਾਂ ਬਣਾਇਆ ਹੋਇਆ ਹੈ।
याद रखना ये ਇਹਦਾ क्रॉस सैक्शन एरिया है। यही ਅਸੀਂ ਕਹਿੰਦੇ ਹਾਂ ਆਇਰਿਸ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਅੱਖ ਨੀਲੀ ਹੈ ਕਿਸੇ ਦੀ ਜਾਂ ਕਾਲੀ ਹੈ, ਇਸੇ ਪਾਰਟ ਦੀ ਅਸੀਂ ਗੱਲ ਕਰਦੇ ਹੁੰਦੇ ਹਾਂ। ਇਹ ਹੈ ਸਾਡਾ ਆਇਰਿਸ। है कि ये एक मस्कुलर डायफ्रैगम है। डायफ्रैगम ਦਾ ਮਤਲਬ ਤੁਸੀਂ ਇਹ ਸੋਚਣਾ ਹੈ ਜਿਵੇਂ ਕੋਈ ਸਰਕੂਲਰ ਚੀਜ਼ ਹੋਵੇ, ਸਾਹਮਣੇ ਤੋਂ ਇਹ ਇਦਾਂ ਹੀ ਦਿਸਣਾ ਹੈ, ਪਰ ਕਿਉਂਕਿ ਅਸੀਂ ਕ੍ਰਾਸ ਸੈਕਸ਼ਨ ਲੈ ਰਹੇ ਹਾਂ ਤਾਂ ਹੀ ਕਰਕੇ ਅਸੀਂ ਇਦਾਂ ਇਹਨੂੰ ਦਿਖਾਇਆ ਹੋਇਆ ਹੈ, ਜਿਹੜਾ ਡਾਇਗਰਾਮ 'ਚ ਤੁਹਾਨੂੰ ਨਜ਼ਰ ਆ ਰਿਹਾ ਹੈ। ਜੇ ਇਹਦਾ ਪਾਰਟ ਇੱਥੋਂ ਕੱਟ ਲਈਏ ਇਦਾਂ ਤਾਂ ਇਹ ਇਦਾਂ ਹੀ ਵਿਖੇਗਾ ਤੇ ਵਿੱਚ ਗੈਪ ਦਿਖੇਗਾ। ਇਹਦੀ ਖਾਸੀਅਤ ਇਹ ਹੈ कि ये अपने आप ਨੂੰ कॉन्ट्रैक्ट ਤੇ एक्सपैंड कर सकता है, यानी कि इकट्ठा हो सकता है तो खुल सकता है। जे इकट्ठा हो जाएगा अंदर ਨੂੰ ਹੋ ਜਾਏਗਾ तो इन्हें प्यूपिल ਦਾ साइज छोटा कर लेना है, ਤੇ ਜੇ एक्सपैंड ਹੁੰਦਾ है तो प्यूपिल ਦਾ साइज ਵੱਡਾ ਹੋ ਜਾਏਗਾ। ਹੁਣ ਇਹ ਚੀਜ਼ ਕਰਨੀ ਕਿਉਂ ਪੈਣੀ ਹੈ ਸਾਨੂੰ? ਕਿਉਂਕਿ ਲਾਈਟ ਦੀ ਇੰਟੈਂਸਿਟੀ ਹੈ ਉਹ ਚੇਂਜ ਹੁੰਦੀ ਰਹਿੰਦੀ ਹੈ। ਜੇ ਸਾਡੇ ਕੋਲ ਪ੍ਰਕਾਸ਼ ਬਹੁਤ ਹੈ ਤਾਂ ਸਾਨੂੰ ਇੰਨਾ ਪ੍ਰਕਾਸ਼ ਨਹੀਂ ਚਾਹੀਦਾ ਹੁੰਦਾ ਇਮੇਜ ਬਣਾਉਣ ਵਾਸਤੇ, ਤਾਂ ਕਰਕੇ ਇਹਨੇ ਆਪਣੇ ਆਪ ਨੂੰ ਕੰਟਰੈਕਟ ਕਰ ਲੈਣਾ ਹੈ, ਜਿਹਦੇ ਕਾਰਨ ਲਾਈਟ ਦੀ ਕਿਰਨਾਂ ਘੱਟ ਹੀ ਅੰਦਰ ਜਾਣਗੀਆਂ। ਪਰ ਜੇ ਹਨੇਰਾ ਹੋਵੇ ਤਾਂ ਸਾਨੂੰ ਇਮੇਜ ਬਣਾਉਣ ਵਾਸਤੇ ਜਿੰਨੀ ਵੀ ਰੋਸ਼ਨੀ ਉਪਲਬਧ ਹੈ ਸਾਰੀ ਚਾਹੀਦੀ ਹੈ, ਤਾਂ ਕਰਕੇ ਇਹਨੇ ਆਪਣੇ ਆਪ ਨੂੰ ਐਕਸਪੈਂਡ ਕਰ ਲੈਣਾ ਹੈ, ਜਿਹਦੇ ਕਰਕੇ ਜ਼ਿਆਦਾ ਰੇਜ਼ ਆਈਜ਼ ਦੇ ਅੰਦਰ ਆ ਸਕਣ ਤੇ ਇਮੇਜ ਸਾਡੀ ਰੈਟੀਨਾ ਤੇ ਬਣ ਸਕੇ। ਆਇਰਿਸ ਜਿੰਨੀ ਜਗ੍ਹਾ ਛੱਡ ਦਿੰਦਾ ਹੈ ਉਹ ਪਿਊਪਲ ਕਹਿਲਾਉਂਦਾ ਹੈ, ਜਾਂ ਖਾਲੀ ਜਗ੍ਹਾ ਜਿਹੜੀ ਸਾਨੂੰ ਗੋਲ ਜਿਹੀ ਦਿਸਦੀ ਹੈ ਅੱਖਾਂ 'ਚ ਉਹ ਇਹੀ ਹੈ। ਇਹ ਦੇਖੋ, ਇਹ ਜਿਹੜਾ ਹੋਲ ਹੈ ਇਹ ਪਿਊਪਿਲ ਹੈ। ਦਿਸ ਇਜ਼ ਪਿਊਪਿਲ। ਇਹ ਇੱਕ ਹੋਲ ਹੈ ਜਿਹਦੇ 'ਚ ਰੇਜ਼ ਅੰਦਰ ਜਾਏਗੀ। ਡਿਪੈਂਡ ਕਰੇਗਾ ਕਿ ਸਾਡਾ ਜਿਹੜਾ ਆਇਰਿਸ ਹੈ ਉਹ ਕਿੰਨਾ ਖੁੱਲਿਆ ਐਕਸਪੈਂਡਡ ਜਾਂ ਕਿੰਨਾ ਕੰਟਰੈਕਟਡ ਹੈਗਾ। ਤਾਂ ਇਹ ਪਿਊਪਿਲ ਦਾ ਕੰਮ ਇਹ ਹੈ ਲਾਈਟ ਦੀ ਕਿਰਨਾਂ ਨੂੰ ਅੰਦਰ ਲੈ ਕੇ ਜਾਣਾ। ਇਹ ਹਮੇਸ਼ਾ ਸਾਨੂੰ ਡਾਰਕ ਹੀ ਮਿਲੇਗਾ, ਭਾਵੇਂ ਅੱਖ ਦਾ ਕਲਰ ਕੋਈ ਵੀ ਹੋਵੇ, ਇਹ ਚੀਜ਼ ਹਮੇਸ਼ਾ ਡਾਰਕ ਹੀ ਹੋਏਗੀ, ਕਿਉਂਕਿ ਇਹ ਤੋਂ ਕਿਰਨਾਂ ਅੰਦਰ ਜਾਂਦੀਆਂ ਹਨ ਪਰ ਵਾਪਸ ਨਹੀਂ ਆਉਂਦੀਆਂ, ਤਾਂ ਕਰਕੇ ਇਹ ਚੀਜ਼ ਡਾਰਕ ਹੀ ਦਿਸਦੀ ਹੈ। ਹੁਣ ਪਿਊਪਿਲ ਦੇ ਪਿੱਛੇ ਜਿਹੜੀ ਚੀਜ਼ ਹੈ ਉਹ ਹੈ ਸਾਡਾ ਲੈਂਸ। ਇਹੀ ਸਾਡਾ ਆਈ ਲੈਂਸ ਕਹਿਲਾਉਂਦਾ ਹੈ। ਇਹ ਕਨਵੈਕਸ ਲੈਂਸ ਹੈ ਜਿਹਦਾ ਕੰਮ ਹੁੰਦਾ ਹੈ ਲਾਈਟ ਰੇਜ਼ ਨੂੰ ਰੈਟੀਨਾ ਤੇ ਪਾਣਾ। ਹੁਣ ਤੁਸੀਂ ਕਹੋਗੇ ਸਰ ਜਿਹੜਾ ਕਾਰਨੀਆ ਹੈ ਉਹ ਵੀ ਤਾਂ ਕੰਮ ਕਰਦਾ ਹੈ। ਇਹ ਸਾਰੇ ਪਾਰਟ ਇਕੱਠੇ ਹੋ ਕੇ ਹੀ ਕੰਮ ਕਰਦੇ ਹਨ। ਤਾਂ ਇਹਦਾ ਜਿਹੜਾ ਕੰਮ ਹੈ ਉਹ ਹੈ ਫਾਈਨ ਟਿਊਨ ਕਰਨਾ। 2/3 ਪਾਰਟ ਰਿਫਰੈਕਸ਼ਨ ਦਾ ਤਾਂ ਕੰਮ ਇਹ ਨਹੀਂ ਮੁਕਾਤਾ ਕਾਰਨੀਆ ਨੇ ਹੀ, ਜਿਹੜੀ ਰਹਿੰਦੀ ਖੁੰਦੀ ਕਸਰ ਹੈ ਉਹ ਇੰਨੇ ਕਰਨੀ ਹੈ। ਫਾਈਨ ਟਿਊਨਿੰਗ ਵਾਲਾ ਪਾਰਟ ਜਿਹੜਾ ਹੈਗਾ ਉਹ ਸਾਡੇ ਇਸ ਲੈਂਸ ਨੇ ਕਰਨਾ ਹੈ। ਇਹਦੀ ਖਾਸੀਅਤ ਕਿਆ ਹੈ? ਇਹ ਆਪਣੀ ਸ਼ੇਪ ਚੇਂਜ ਕਰ ਸਕਦਾ ਹੈ। ਸ਼ੇਪ ਕਿੱਦਾਂ ਚੇਂਜ ਕਰ ਲੇਗਾ? ਦੇਖੋ ਇਹਦੀ ਸ਼ੇਪ ਵੇਖੋ। ਜੇ ਇਹ ਜਿਹੜੀਆਂ ਮਸਲਸ ਹਨ ਸਿਲਰੀ ਮਸਲਸ, ਇਹ ਇਹਨੂੰ ਸਪੋਰਟ ਕਰਦੀਆਂ ਹਨ, ਇਹਨੂੰ ਕੰਟਰੋਲ ਕਰ ਸਕਦੀਆਂ ਹਨ। ਹੁਣ ਜੇ ਸਿਲਰੀ ਮਸਲ ਕੰਟਰੈਕਟ ਹੋ ਜਾਣ, ਪਿੱਛੇ ਨੂੰ ਖਿੱਚਣ, ਤਾਂ ਇਸ ਲੈਂਸ ਦੀ ਜਿਹੜੀ ਥਿਕਨੈਸ ਹੈ ਉਹ ਘਟ ਜਾਏਗੀ, ਤੇ ਇਹਨੂੰ ਦਬਾ ਦੇਣ ਕੰਟਰੈਕਟ ਕਰਨ ਤਾਂ ਸਾਡਾ ਲੈਂਸ ਜਿਹੜਾ ਹੋਏਗਾ ਮੋਟਾ ਹੋ ਜਾਏਗਾ, ਥਿਕਰ ਹੋ ਜਾਏਗਾ। ਇਹਦੇ ਕਾਰਨ ਡਿਫਰੈਂਟ ਜਗ੍ਹਾ ਤੇ ਇਹ ਫੋਕਸ ਕਰਾ ਸਕਦਾ ਹੈ। ਇਸੇ ਕੁਆਲਿਟੀ ਨੂੰ ਅਸੀਂ ਕਹਿੰਦੇ ਹਾਂ ਅਕੋਮੋਡੇਸ਼ਨ। ਸਾਡਾ ਲੈਂਸ ਚੇਂਜ ਹੋ ਸਕਦਾ ਹੈ, ਫਿਕਸ ਇੱਕੋ ਜਿਹਾ ਲੈਂਸ ਨਹੀਂ ਹੈ। ਪਰ ਤੁਸੀਂ ਸੁਣਿਆ ਹੋਣਾ ਕਈ ਵਾਰੀ 올ਡ ਏਜ 'ਚ ਦੂਰ ਦਾ ਦਿਖਣਾ ਜਾਂ ਕੋਲ ਦਾ ਦਿਖਣਾ ਘਟ ਜਾਂਦਾ ਹੈ। ਉਹ ਇਹੀ ਮਸਲ ਵੀਕਨੈਸ ਦੇ ਕਾਰਨ ਹੁੰਦਾ ਹੈ। ਇਸ ਮਸਲ ਤੇ ਜ਼ਿਆਦਾ ਸਟ੍ਰੇਨ ਪਵੇਗਾ ਤਾਂ ਜਿਵੇਂ ਬਾਕੀ ਅੰਗ ਹਨ, ਸਾਡੇ ਬਾਕੀ ਬੋਡੀ ਪਾਰਟਸ ਹਨ, ਉਹ ਵੀਕ ਹੋ ਜਾਂਦੇ ਹਨ। ਉਸੇ ਤਰ੍ਹਾਂ ਇਹ ਮਸਲ ਵੀਕ ਹੋ ਗਈ ਤਾਂ ਇਹ ਮਸਲ ਇਹਨੂੰ ਖਿੱਚ ਨਹੀਂ ਪਾਉਂਦੀ ਜਾਂ ਦਬਾ ਨਹੀਂ ਪਾਉਂਦੀ, ਜਿਹਦੇ ਕਰ ਦੂਰ ਦਾ ਜਾਂ ਕੋਲ ਦਾ ਦਿਖਣਾ ਘੱਟ ਹੋ ਜਾਂਦਾ ਹੈ, ਫੋਕਸ ਨਹੀਂ ਹੋ ਪਾਉਂਦਾ ਚੰਗੀ ਤਰ੍ਹਾਂ, ਜਾਂ ਅਸੀਂ ਕਹਿ ਸਕਦੇ ਹਾਂ ਐਕੋਮੋਡੇਸ਼ਨ ਨਹੀਂ ਕਰ ਪਾਉਂਦੇ ਅਸੀਂ। ਇਹ ਜਿਹੜੀ ਸਿਲਰੀ ਮਸਲਸ ਹਨ ਇਹ ਇੱਕ ਰਿੰਗ ਹੈ, ਇਹ ਵੀ ਇੱਕ ਸਰਕੂਲਰ ਰਿੰਗ ਹੈ ਜਿਹੜੀ ਸਮੂਥ ਮਸਲਸ ਨਾਲ ਬਣੀ ਹੋਈ ਹੈ। ਇਹਦਾ ਕੰਮ ਕੀ ਹੈ? ਲੈਂਸ ਨੂੰ ਕੰਟਰੋਲ ਕਰਨਾ, ਲੈਂਸ ਦੇ ਸਾਈਜ਼ ਨੂੰ ਕੰਟਰੋਲ ਕਰਨਾ। ਹੁਣ ਇਹਦੇ ਪਿੱਛੇ ਹੈ ਵਿਟਰੀਅਸ ਹਿਊਮਰ। ਅਸੀਂ ਪੜ੍ਹਿਆ ਸੀ ਐਕੁਅਸ ਹਿਊਮਰ। ਵਿਟਰੀਅਸ ਹਿਊਮਰ ਥੋੜਾ ਜਿਹਾ ਅਲੱਗ ਹੈ। ਇਹ ਵੀ ਟਰਾਂਸਪੇਰੈਂਟ ਹੈ, ਕਲਰਲੈਸ ਹੈ ਤੇ ਲਗਭਗ ਪੂਰੀ ਅੱਖ, ਮੋਸਟ ਆਫ ਦਾ ਆਈ ਇਹਦੇ ਨਾਲ ਹੀ ਭਰੀ ਹੋਈ ਹੈ। ਇਹ ਇੱਕ ਟਰਾਂਸਪੇਰੈਂਟ ਕਲਰਲੈਸ ਜੈਲ ਲਾਈਕ ਸਬਸਟੈਂਸ ਹੈ, ਚਿਪਚਿਪਾ ਪਦਾਰਥ ਹੈ। ਇਹ ਬਿਲਕੁਲ ਟਰਾਂਸਪੇਰੈਂਟ ਹੁੰਦਾ ਹੈ। ਇਹਦਾ ਮੇਜਰ ਕੰਮ ਹੁੰਦਾ ਹੈ
ਇਸ ਆਈਬਾਲ ਨੂੰ ਇੱਕ ਸਟੇਬਿਲਿਟੀ ਦੇਣਾ, ਕਿਉਂਕਿ ਦੇਖੋ ਅਗਰ ਇੱਥੇ ਅਸੀਂ ਖਾਲੀ ਛੱਡ ਦਈਏ ਇਹ ਆਈਬਾਲ ਤਾਂ ਪਿਚਕ ਹੀ ਜਾਏਗੀ। ਤਾਂ ਇਹਨੇ ਇੱਕ ਪ੍ਰੈਸ਼ਰ ਪ੍ਰੋਵਾਈਡ ਕਰਨਾ ਹੈ ਜਿਹਦੇ ਕਾਰਨ ਇਹ ਡਿਫਰੈਂਟ ਪਾਰਟਸ ਜਿਹੜੇ ਹਨ ਆਈ ਦੇ ਉਹ ਚੰਗੀ ਤਰ੍ਹਾਂ ਆਪਣੀ ਜਗ੍ਹਾ ਤੇ ਰਹਿਣ ਤੇ ਸਾਡੀ ਆਈਬਾਲ ਜਿਹੜੀ ਹੈ ਉਹ ਸਟੇਬਲ ਰਹਿ ਸਕੇ। ਹੁਣ ਇਹ ਰੈੱਡ ਪਾਰਟ ਜਿਹੜਾ ਅਸੀਂ ਕੀਤਾ ਸੀ ਇਹਨੂੰ ਚਰਚਾ ਕਰ ਲਈਏ। ਇਹ ਹੈ ਰੈਟੀਨਾ, ਜਿੱਥੇ ਇਮੇਜ ਫਾਰਮ ਹੁੰਦੀ ਹੈ। ਇਹ ਰੈਟੀਨਾ ਤੇ ਜੇ ਰੇਜ਼ ਫੋਕਸ ਕਰਨਗੀਆਂ ਤਾਂ ਸਾਨੂੰ ਉਸ ਪੁਆਇੰਟ ਦੀ ਇਮੇਜ ਮਿਲ ਜਾਵੇਗੀ। ਇਹ ਇੱਕ ਡੈਲੀਕੇਟ ਮੈਂਬਰੇਨ ਹੈ ਜਿਹਦੇ 'ਚ ਲਾਈਟ ਸੈਂਸਿਟਿਵ ਸੈੱਲਸ ਹੁੰਦੇ ਹਨ। ਇਹ ਜਿਹੜੇ ਸੈੱਲਸ ਹਨ ਐਕਟੀਵੇਟ ਹੋ ਜਾਂਦੇ ਨੇ ਜਦੋਂ ਇਹਨਾਂ ਤੇ ਲਾਈਟ ਪਵੇ। ਜਿੱਦਾਂ ਹੀ ਲਾਈਟ ਇਹਨਾਂ ਤੇ ਪਵੇਗੀ ਇਹ ਸਿਗਨਲ ਭੇਜ ਸਕਦੇ ਹਨ ਆਪਟੀਕਲ ਨਰਵ ਦੇ ਥਾਈਂ ਬ੍ਰੇਨ ਨੂੰ। ਜਿੱਦਾਂ ਹੀ ਲਾਈਟ ਰੇ ਇਹਨਾਂ ਤੇ ਪੈਂਦੀ ਹੈ ਇਹ ਐਕਟੀਵੇਟ ਹੋ ਜਾਂਦੇ ਹਨ ਤੇ ਸਿਗਨਲ ਭੇਜ ਦਿੰਦੇ ਹਨ ਬ੍ਰੇਨ ਨੂੰ। ਪਰ ਇਹ ਭੇਜਦੇ ਕਿੱਦਾਂ ਹੈ? ਇਹ ਇੱਕ ਵਾਇਰ ਦਾ ਜਾਂ ਇੱਕ ਨਰਵ ਦਾ ਯੂਜ਼ ਕਰਦੇ ਹਨ ਜਿਹਦਾ ਨਾਮ ਹੁੰਦਾ ਹੈ ਆਪਟਿਕ ਨਰਵ, ਜਿਹਦਾ ਕੰਮ ਹੁੰਦਾ ਹੈ ਵਿਜ਼ੂਅਲ ਇਨਫੋਰਮੇਸ਼ਨ, ਯਾਨੀ ਕਿ ਰੈਟੀਨਾ ਤੇ ਜਿਹੜੀ ਵੀ ਲਾਈਟ ਪੈ ਰਹੀ ਹੈ ਉਸ ਦੀ ਇਨਫੋਰਮੇਸ਼ਨ ਰੈਟੀਨਾ ਤੋਂ ਬ੍ਰੇਨ ਨੂੰ ਭੇਜੀਏ, ਤਾਂ ਹੀ ਕਰਕੇ ਅਸੀਂ ਇਮੇਜ ਨੂੰ ਸਮਝ ਪਾਵਾਂਗੇ। ਸਾਡੀ ਆਈਬੋਲ ਇੱਕ ਰਿਸੀਵਰ ਹੀ ਹੈ, ਉਸ ਤੋਂ ਜ਼ਿਆਦਾ ਕੁਝ ਨਹੀਂ। ਮੇਨ ਕੰਮ ਬ੍ਰੇਨ ਦਾ ਹੈ। ਬ੍ਰੇਨ ਇਹਨੂੰ ਇੰਟਰਪ੍ਰੇਟ ਕਰੇਗਾ, ਸਮਝੇਗਾ ਕਿ ਅਸੀਂ ਕੀ ਦੇਖ ਰਹੇ ਹਾਂ, ਕਲਰ ਕੀ ਹੈ, ਸਾਈਜ਼ ਕੀ ਹੈ, ਉਹ ਸਭ ਸਾਡੇ ਬ੍ਰੇਨ ਦਾ ਕੰਮ ਹੈ। ਤਾਂ ਦੇਖੋ ਇੱਕ ਸਿੰਪਲ ਜੀ ਅੱਖ ਜਿਹੜੀ ਅਸੀਂ ਸਟਾਰਟਿੰਗ 'ਚ ਕੀਤੀ ਸੀ ਉਹਦੇ 'ਚ ਕਿੰਨੇ ਪਾਰਟ ਹੈਗੇ ਸੀ। ਅਸੀਂ ਬਾਕੀ ਸਾਰੇ ਪਾਰਟ ਤਾਂ ਡਿਸਕਸ ਕਰ ਲਏ, ਬਟ ਇਹ ਜਿਹੜਾ ਸਫੇਦ ਪਾਰਟ ਹੈ ਇੱਕ ਪ੍ਰੋਟੈਕਟਿਵ ਲੇਅਰ ਜਿਹੜੀ ਹੈ ਉਹ ਡਿਸਕਸ ਨਹੀਂ ਕੀਤੀ। ਉਹ ਇਹਦੇ ਆਊਟਰ ਮੋਸਟ ਲੇਅਰ ਤੇ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਸਕਲੇਰਾ। ਇਹਨੂੰ ਵਾਈਟ ਆਫ ਦਾ ਆਈ ਵੀ ਕਹਿੰਦੇ ਆ। ਇਹ ਪ੍ਰੋਟੈਕਟਿਵ ਆਊਟਰ ਮੋਸਟ ਲੇਅਰ ਹੈ ਆਈਬਾਲ ਦੀ। ਦੇਖੋ ਜੇ ਅਸੀਂ ਆਈਜ਼ ਚੰਗੀ ਤਰ੍ਹਾਂ ਦੇਖੀਏ ਇਧਰੋਂ ਤਾਂ ਇਹ ਸਫੇਦ ਜਿਹਾ ਪਾਰਟ ਸਾਨੂੰ ਦਿਸ ਰਿਹਾ ਹੈ ਤੇ ਇਹ ਕੋਰਨੀਆ, ਆਈਰਿਸ, ਪਿਊਪਿਲ ਦੇ ਅੰਦਰ ਕੁਝ ਵੀ ਨਹੀਂ ਵਿਖਾਈ ਦਿੰਦਾ, ਡਾਰਕਨੈਸ ਦਿਸਦੀ ਹੈ। ਬਟ ਆਈਰਿਸ ਅਸੀਂ ਦੇਖ ਸਕਦੇ ਹਾਂ, ਇਹ ਚਿੱਟਾ ਪਾਰਟ ਅਸੀਂ ਦੇਖ ਸਕਦੇ ਹਾਂ। ਦੁਬਾਰਾ ਅਸੀਂ ਪਿਕਚਰ ਗੌਰ ਕਰਦੇ ਹਾਂ, ਇਹ ਦੇਖੋ ਇਹ ਜਿਹੜਾ ਸਫੇਦ ਪਾਰਟ ਹੈ ਇਹ ਹੈ ਸਾਡਾ ਸਕਲੇਰਾ। ਆਈਰਿਸ ਦਿਸ ਰਿਹਾ ਹੈ, ਪਿਊਪਿਲ ਦਿਸ ਰਿਹਾ ਹੈ। ਚਲੋ ਹੁਣ ਅਸੀਂ ਜਾਂਦੀ ਵਾਰੀ ਫਟਾਫਟ ਇਹਨਾਂ ਦੀ ਲੇਬਲਿੰਗ ਇੱਕ ਵਾਰੀ ਹੋਰ ਕਰ ਦੇਣੀ ਹੈ। ਇਹ ਸਾਹਮਣੇ ਵਾਲਾ ਪਾਰਟ ਕੀ ਸੀਗਾ? ਇਹ ਸੀਗਾ ਸਾਡਾ ਕੋਰਨੀਆ। ਇਹ ਅੰਦਰ ਜਿਹੜਾ ਫਿਲਡ ਪਾਰਟ ਹੈ ਇਹਨੂੰ ਕੀ ਕਵਾਂਗੇ ਅਸੀਂ? ਐਕੁਅਸ ਹਿਊਮਰ। ਉਹਦੇ ਬਾਅਦ ਇਹ ਜਿਹੜਾ ਚੀਜ਼ ਹੈਗੀ ਹੈ ਇਹਨੂੰ ਅਸੀਂ ਕਵਾਂਗੇ ਆਈਰਿਸ। ਇਸ ਦੇ ਪਿੱਛੇ ਸਾਨੂੰ ਮਿਲਦਾ ਹੈ ਲੈਂਸ, ਜਿਹਨੂੰ ਆਈ ਲੈਂਸ ਜਾਂ ਕ੍ਰਿਸਟਲਾਈਨ ਲੈਂਸ ਵੀ ਕਹਿ ਦਿੰਦੇ ਹਾਂ। ਤੇ ਇਹ ਹੈਗੀਆਂ ਸਿਲਰੀ ਮਸਲਸ, ਇਹਨਾਂ ਦੀ ਹੈਲਪ ਨਾਲ ਹੀ ਇਹ ਲੈਂਸ ਆਪਣੀ ਸ਼ੇਪ ਚੇਂਜ ਕਰਦਾ ਹੈ। ਉਹਦੇ ਬਾਅਦ ਇੱਕ ਹੋਰ ਜੈਲੀ ਲਾਈਕ ਸਬਸਟੈਂਸ ਆ ਜਾਣਾ ਹੈ ਇਹਦੇ ਅੰਦਰ, ਜਿਹਨੂੰ ਅਸੀਂ ਕਹਿੰਦੇ ਆ ਵਿਟਰੀਅਸ ਹਿਊਮਰ। ਇਮੇਜ ਬਣਦੀ ਹੈ ਰੈਟੀਨਾ ਤੇ, ਜਿਹਦੇ ਤੇ ਕੀ ਹੈਗੇ ਆ? ਫੋਟੋ ਸੈਂਸਿਟਿਵ ਸੈਲਸ ਹਨ। ਲਾਈਟ ਪਵੇਗੀ ਤਾਂ ਐਕਟੀਵੇਟ ਹੋ ਜਾਣਗੇ ਤੇ ਸਿਗਨਲ ਭੇਜਣਗੇ ਕਿਤੇ। ਇਹ ਨਰਵ ਜਿਹੜੀ ਅਸੀਂ ਬਣਾਈ ਹੋਈ ਹੈ ਇਹਨੂੰ ਹੀ ਅਸੀਂ ਕਹਿੰਦੇ ਆ ਆਪਟਿਕ ਨਰਵ। ਇੱਕ ਚੀਜ਼ ਭੁੱਲ ਗਏ, ਇੱਥੇ ਜਿਹੜੀ ਪ੍ਰੋਟੈਕਟਿਵ ਲੇਅਰ ਹੈ ਬਾਹਰ ਦੀ ਸਫੇਦ, ਜਿਹੜੀ ਸਾਨੂੰ ਸਾਹਮਣੇ ਦਿਸਦੀ ਹੈ ਜਦੋਂ ਅਸੀਂ ਸ਼ੀਸ਼ੇ 'ਚ ਆਪਣੀ ਅੱਖ ਵੇਖੀਏ, ਸਫੇਦ ਪਾਰਟ ਜਿਹੜਾ ਹੈ ਇਹਨੂੰ ਅਸੀਂ ਕਹਿੰਦੇ ਆ ਸਕਲੇਰਾ। ਇਹ ਕੀ ਹੈ? ਇੱਕ ਪ੍ਰੋਟੈਕਟਿਵ ਲੇਅਰ ਹੈ, ਪ੍ਰੋਟੈਕਟਿਵ ਆਊਟਰ ਮੋਸਟ ਲੇਅਰ ਹੈ ਆਈਬਾਲ ਦੀ, ਜਿਹੜੀ ਪ੍ਰੋਟੈਕਟ ਕਰਦੀ ਹੈ ਇਹ ਪੂਰੇ ਸਿਸਟਮ ਨੂੰ ਅੰਦਰ ਜਿਹੜਾ ਬਣਿਆ ਹੋਇਆ ਹੈ।